सत श्री अकाल। तुसीं देख रहे हो द पंजाब टीवी ते मैं हाँ जज सिंह चाहल। अज दे पंजाबी प्राइम टाइम दे विच तुहाडा सारिआं दा बहुत बहुत स्वागत है। पंजाबी प्राइम टाइम दे विच सब तो पहलां गल करांगे किसानां दी, जिन्हां दे वल्लों दिल्ली दे बार्डरां ते 1 साल पूरा होण नूं लैके कुछ नवें फैसले लए गए ने। फिरोजपुर दे विच किसान अते नोनी मान आमो सामने हो गए। वो क्यों, तुहानूं उस बारे दसांगे। किसान खुदकुशियां कर रहे ने, व्यापारी सड़कां ते भीख मंग रहे ने, कांग्रेस आपस विच लड़ रही है, आम आदमी पार्टी झटकियां दा सामना कर रही है। ध्यान सिंह मंड नूं जवाब कैप्टन अमरिंदर सिंह दे वल्लों भेज दिता गया है। तुहानूं सारी जानकारी देण जा रहे हां, पर सब तो पहलां शुरुआत करदे हां दिल्ली दे बार्डरां ते बैठे किसानां तो। 26 नवंबर 2020 ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਬਾਰਡਰਾਂ ਵੱਲ ਨੂੰ ਕੂਚ ਕੀਤਾ ਗਿਆ ਸੀ। ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਸੀ, ਪੁਲਿਸ ਨੇ ਰੋਕ ਲਿਆ ਸੀ। ਦਿੱਲੀ ਦੇ ਬਾਰਡਰਾਂ ਤੇ ਪੱਕਾ ਮੋਰਚਾ ਕਿਸਾਨਾਂ ਨੇ ਲਾ ਲਿਆ ਸੀ। 26 ਨਵੰਬਰ 2021 ਨੂੰ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਪਹੁੰਚਿਆ ਪੂਰਾ 1 ਸਾਲ ਹੋ ਜਾਣਾ ਹੈ ਅਤੇ ਇਸ ਨੂੰ ਲੈ ਕੇ ਕੀ ਕੁਝ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਕੀਤੇ ਜਾਣੇ ਨੇ ਤਾਂ ਜੋ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਹਲੂਣਾ ਦਿੱਤਾ ਜਾ ਸਕੇ। ਇਸ ਦੇ ਲਈ ਬੈਠਕ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ 9 ਨਵੰਬਰ ਨੂੰ ਹੋਈ ਸੀ, ਜਿਸ ਦੇ ਵਿੱਚ ਕਿਸਾਨਾਂ ਨੇ ਕੁਝ ਅਹਿਮ ਫੈਸਲੇ 1 ਸਾਲ ਪੂਰਾ ਹੋਣ ਨੂੰ ਲੈ ਕੇ ਲਏ ਨੇ। ਜਿਸ ਦਿਨ 26 ਨਵੰਬਰ ਨੂੰ ਇਹ 1 ਸਾਲ ਪੂਰਾ ਹੋਣਾ ਹੈ, ਉਸ ਦਿਨ ਕਿਸਾਨਾਂ ਦੇ ਵੱਲੋਂ ਵੱਡੀਆਂ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਜਿਹੜੇ ਇਲਾਕੇ ਦਿੱਲੀ ਦੇ ਬਾਰਡਰਾਂ ਦੇ ਨੇੜੇ ਤੇੜੇ ਪੈਂਦੇ ਨੇ, ਉਥੋਂ ਦੇ ਕਿਸਾਨ ਆਪਣੇ ਟਰੈਕਟਰਾਂ ਤੇ ਚੜ੍ਹ ਕੇ ਦਿੱਲੀ ਦੇ ਬਾਰਡਰਾਂ ਤੇ ਪਹੁੰਚਣਗੇ ਅਤੇ ਬਾਰਡਰਾਂ ਤੇ ਵੱਡੇ ਇਕੱਠ ਕੀਤੇ ਜਾਣਗੇ। ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੇ ਵੱਡੇ ਇਕੱਠ ਕਰਕੇ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਬਾਰਡਰਾਂ ਤੇ ਵੀ। ਅਤੇ ਜਿਹੜੇ ਸੂਬੇ ਦੂਰ ਨੇ ਦਿੱਲੀ ਬਾਰਡਰਾਂ ਤੋਂ, ਉਹਨਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਤੇ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਵੱਡੀਆਂ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਜਿਵੇਂ ਕਿ ਪਹਿਲਾਂ ਹੀ ਪ੍ਰੋਗਰਾਮ ਉਲੀਕੇ ਵੀ ਜਾ ਚੁੱਕੇ ਨੇ ਕਿ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਖਾਸ ਤੌਰ ਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ 26 ਨਵੰਬਰ ਨੂੰ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 28 ਨਵੰਬਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ਦੇ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਕਿਸਾਨਾਂ ਦੇ ਵੱਲੋਂ ਕੀਤੀ ਜਾਵੇਗੀ ਤਾਂ ਜੋ ਦੂਰ ਦੂਰ ਤੱਕ ਪੂਰੇ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲਗਾਤਾਰ ਜਗਾ ਕੇ ਰੱਖਿਆ ਜਾ ਸਕੇ। 29 ਨਵੰਬਰ ਨੂੰ संसद का इजलास शुरू होना है तो उस नूं लैके किसानां दे वल्लों एक वड्डा फैसला ले लिया गया है। जदों पिछली बार संसद का इजलास चलिया सी, किसानां ने अपनी संसद लाई सी। एक बस दे विच जांदे सन किसान, बैठ के अपने उन्होंने आई कार्ड बनाए हुए सन। दिल्ली पुलिस उन्होंने लैके जाती सी, उत्थे संसद मैंबर बन के, स्पीकर बन के पूरी संसद की कार्रवाई चलाई जाती सी। शाम नूं बसां दे विच किसान वापस आ जाते सन। पर इस बार 29 नवंबर ਨੂੰ ਜਿਹੜਾ ਸੰਸਦ ਦਾ ਇਜਲਾਸ ਸ਼ੁਰੂ ਹੋਣਾ ਹੈ, ਉਸ ਨੂੰ ਲੈ ਕੇ ਇਹੀ ਪ੍ਰੋਗਰਾਮ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਬਣਾਇਆ ਗਿਆ ਹੈ। ਪਰ ਵੱਡੀ ਤਬਦੀਲੀ ਉਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਰ ਦਿੱਤੀ ਗਈ ਹੈ। ਪਹਿਲੀ ਤਾਂ ਵੱਡੀ ਤਬਦੀਲੀ ਇਹ ਕੀਤੀ ਗਈ ਹੈ ਕਿ ਇਸ ਵਾਰ ਇਹ ਕਿਸਾਨਾਂ ਦੇ ਜਥੇ ਬੱਸਾਂ ਦੇ ਵਿੱਚ ਨਹੀਂ ਜਾਣਗੇ, ਸਗੋਂ ਟਰੈਕਟਰਾਂ ਤੇ ਜਾਣਗੇ। 500 ਕਿਸਾਨਾਂ ਦਾ ਜੱਥਾ 29 ਨਵੰਬਰ ਤੋਂ ਸੰਸਦ ਵੱਲ ਨੂੰ ਜਾਣਾ ਸ਼ੁਰੂ ਕਰ ਦੇਵੇਗਾ ਅਤੇ ਉਹ ਟਰੈਕਟਰਾਂ ਤੇ ਜਾਇਆ ਕਰੇਗਾ। ਅਤੇ ਦੂਜੀ ਤਬਦੀਲੀ ਇਹ ਕੀਤੀ ਗਈ ਹੈ ਕਿ ਅਗਲੇ ਦਿਨ ਫਿਰ 500 ਕਿਸਾਨਾਂ ਦਾ ਜੱਥਾ ਟਰੈਕਟਰਾਂ ਤੇ ਜਾਵੇਗਾ, ਪਰ ਪਿਛਲੇ ਦਿਨ ਗਿਆ 500 ਕਿਸਾਨਾਂ ਦਾ ਜੱਥਾ ਵਾਪਸ ਨਹੀਂ ਆਵੇਗਾ। ਉਹ ਸੰਸਦ ਦੇ ਬਾਹਰ ਹੀ ਬੈਠਾ ਰਹੇਗਾ ਅਤੇ ਇਸ ਤਰ੍ਹਾਂ ਰੋਜ਼ਾਨਾ ਜਦੋਂ 500 ਕਰਕੇ ਕਿਸਾਨ ਅਤੇ ਟਰੈਕਟਰ ਸੰਸਦ ਦੇ ਬਾਹਰ ਇਕੱਠੇ ਹੋਣਗੇ ਤਾਂ ਉੱਥੇ ਵੱਡਾ ਇਕੱਠ ਕਿਸਾਨਾਂ ਦੇ ਵੱਲੋਂ ਕੀਤਾ ਜਾਵੇਗਾ। ਇਸ ਤਰ੍ਹਾਂ ਇਸ ਵਾਰ ਰਣਨੀਤੀ ਦੇ ਵਿੱਚ ਬਦਲਾਅ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ। ਕੁਝ ਲੋਕ ਗੁਰਨਾਮ ਸਿੰਘ ਚੜੂਣੀ ਵਰਗੇ ਜਿਹੜੇ ਥੋੜੇ ਗਰਮ ਖਿਆਲੀ ਨੇ, ਕੁਝ ਕਿਸਾਨ ਆਗੂ ਅਜਿਹੇ ਵੀ ਨੇ ਜਿਹੜੇ ਥੋੜੇ ਤੱਤੇ ਚੱਲਦੇ ਨੇ, ਉਹਨਾਂ ਦੇ ਵਿੱਚ ਗੁਰਨਾਮ ਸਿੰਘ ਚੜੂਣੀ ਨੂੰ ਵੀ ਮੰਨਿਆ ਜਾਂਦਾ ਹੈ। ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਵਿੱਚ, ਜੋ ਹੁਣ ਤੱਕ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨੇ, ਜਦੋਂ ਮੋਰਚੇ ਦੀ ਬੈਠਕ ਦੇ ਵਿੱਚ ਅਜਿਹਾ ਫੈਸਲਾ ਲਿਆ ਗਿਆ ਕਿ ਮੋਰਚੇ ਵੱਲੋਂ ਮਾਰਚ ਪਾਰਲੀਮੈਂਟ ਵੱਲ ਨੂੰ 500 ਕਿਸਾਨਾਂ ਦੇ ਨਾਲ 29 ਨਵੰਬਰ ਨੂੰ ਕੀਤਾ ਜਾਣਾ ਹੈ, 26 ਨਵੰਬਰ ਨੂੰ ਨਹੀਂ, ਤਾਂ ਇਸ ਦਾ ਵਿਰੋਧ ਕਥਿਤ ਤੌਰ ਤੇ ਗੁਰਨਾਮ ਸਿੰਘ ਚੜੂਣੀ ਦੇ ਵੱਲੋਂ ਕੀਤਾ ਗਿਆ। क्योंकि खबरों के मुताबिक गुरनाम सिंह चड़ूनी कह रहे सन कि आपां नूं 1 साल 26 नवंबर नूं पूरा होना है, इस करके संसद वाल नूं ट्रैक्टर मार्च सारे ही किसानां नूं 26 नवंबर नूं ही कर देना चाहिए है, तां जो केंद्र सरकार के खिलाफ 1 साल पूरा होने ते हल्ला बोलिया जा सके। इस दे बावजूद दूजे किसान आगू कह रहे सन कि 26 नवंबर नूं तां पार्लीमेंट चलनी नहीं है,
ਸੈਸ਼ਨ ਜਿਹੜਾ ਸ਼ੁਰੂ ਹੋਣਾ ਹੈ ਉਹ ਤਾਂ 29 ਨਵੰਬਰ ਤੋਂ ਸ਼ੁਰੂ ਹੋਣਾ ਹੈ। ਇਸ ਕਰਕੇ 26 ਤਰੀਕ ਨੂੰ ਉਸ ਵੱਲ ਨੂੰ ਮਾਰਚ ਕਰਨ ਦਾ, ਸੰਸਦ ਵੱਲ ਨੂੰ ਮਾਰਚ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ। ਖਬਰਾਂ ਦੇ ਮੁਤਾਬਕ ਮੀਟਿੰਗ ਦੇ ਬਾਹਰ ਗੁਰਨਾਮ ਸਿੰਘ ਚੜੂਣੀ ਅਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਜਦੋਂ ਗੁਰਨਾਮ ਸਿੰਘ ਚੜੂਣੀ ਤੋਂ ਪੁੱਛਿਆ ਗਿਆ ਤੁਸੀਂ ਇਦਾਂ ਕੁਝ ਕੀਤਾ ਹੈ, ਉਹ ਕਹਿੰਦੇ ਨਹੀਂ, ਨਾਅਰੇਬਾਜ਼ੀ ਵਗੈਰਾ ਨਹੀਂ ਕੀਤੀ ਗਈ ਹੈ। ਹਾਂ, ਮੈਂ ਇਸ ਪੱਖ ਦੇ ਵਿੱਚ ਜ਼ਰੂਰ ਸੀ ਕਿ ਜਿਹੜਾ ਵੀ ਮਾਰਚ ਕੱਢਣਾ ਹੈ ਪਾਰਲੀਮੈਂਟ ਵੱਲ ਨੂੰ, ਉਹ ਜਦੋਂ 1 ਸਾਲ ਪੂਰਾ ਹੋਣਾ ਹੈ ਉਦੋਂ ਹੀ ਕੱਢਿਆ ਜਾਣਾ ਚਾਹੀਦਾ ਹੈ। ਜੇਕਰ ਗੁਰਨਾਮ ਸਿੰਘ ਚੜੂਣੀ ਦੇ ਜਿਹੜੇ ਖਿਆਲ ਨੇ, ਉਹਨਾਂ ਦੀ ਜਿਹੜੀ ਰਾਏ ਹੈ, ਜੇਕਰ ਉਹ ਤੁਹਾਨੂੰ ਦੱਸੀਏ ਤਾਂ ਉਹ ਕਾਫੀ ਦੇਰ ਤੋਂ ਇਹ ਮੰਗ ਕਰ ਰਹੇ ਨੇ, ਮੋਰਚੇ ਦੀਆਂ ਬੈਠਕਾਂ ਦੇ ਵਿੱਚ ਉਹ ਮੰਗ ਰੱਖ ਰਹੇ ਨੇ ਕਿ ਸਾਰੇ ਹੀ ਕਿਸਾਨਾਂ ਨੂੰ ਟਰੈਕਟਰਾਂ ਤੇ ਜਾਂ ਫਿਰ ਪੈਦਲ ਜਾਂ ਫਿਰ ਰੱਸਿਆਂ ਦੇ ਨਾਲ ਆਪਣੇ ਹੱਥ ਬੰਨ੍ਹ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਰੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ ਪਾਰਲੀਮੈਂਟ ਦੇ ਵੱਲ ਨੂੰ ਮਾਰਚ ਕਰ ਦੇਣਾ ਚਾਹੀਦਾ ਹੈ, ਤਾਂ ਜੋ ਵੱਧ ਤੋਂ ਵੱਧ ਦਬਾਅ ਕੇਂਦਰ ਦੀ ਮੋਦੀ ਸਰਕਾਰ ਤੇ ਬਣਾਇਆ ਜਾ ਸਕੇ। ਪਰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਗਾਤਾਰ ਫੂਕ ਕੇ ਕਦਮ ਰੱਖਿਆ ਜਾ ਰਿਹਾ ਹੈ, ਕਿਉਂਕਿ 26 ਜਨਵਰੀ ਤੋਂ ਬਾਅਦ ਇੱਕ ਬਹੁਤ ਵੱਡਾ ਝਟਕਾ ਕਿਸਾਨੀ ਅੰਦੋਲਨ ਨੂੰ ਲੱਗਾ ਸੀ। ਸ਼ਾਇਦ ਉਸੇ ਹੀ ਝਟਕੇ ਤੋਂ, ਉਸੇ ਤਰ੍ਹਾਂ ਦੇ ਹੋਰ ਝਟਕੇ ਤੋਂ ਬਚਣ ਦੇ ਲਈ ਅਜਿਹੇ ਪ੍ਰੋਗਰਾਮਾਂ ਦਾ ਐਲਾਨ ਹੁਣ ਕਿਸਾਨ ਆਗੂਆਂ ਦੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇੱਥੇ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੁੰਦੇ ਆ ਕਿ ਜਿਹੜੇ 500 ਕਿਸਾਨਾਂ ਦੇ ਜਥੇ ਹੁਣ ਪਾਰਲੀਮੈਂਟ ਵੱਲ ਨੂੰ ਜਾਣਗੇ ਟਰੈਕਟਰਾਂ ਤੇ, ਇਸ ਪ੍ਰੋਗਰਾਮ ਦੇ ਨਾਲ ਤੁਸੀਂ ਸਹਿਮਤ ਹੋ ਕਿ ਜਾਂ ਫਿਰ 26 ਨਵੰਬਰ ਨੂੰ ਹੀ ਸਾਰੇ ਕਿਸਾਨਾਂ ਨੂੰ ਸੰਸਦ ਵੱਲ ਨੂੰ ਮਾਰਚ ਕਰ ਦੇਣਾ ਚਾਹੀਦਾ ਸੀ? ਤੁਹਾਨੂੰ ਕੀ ਲੱਗਦਾ ਹੈ? ਜੋ ਵੀ ਤੁਹਾਨੂੰ ਲੱਗਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਵੀ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਹੈ। ਫਿਰੋਜ਼ਪੁਰ ਦੇ ਵਿੱਚ ਗੁਰੂ ਹਰਸਹਾਏ ਤੋਂ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੂਨੀਮਾਨ ਅਤੇ ਕਿਸਾਨ ਆਮੋ ਸਾਹਮਣੇ ਹੋ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਗੱਡੀ ਦੇ ਉੱਪਰ ਚੜ ਗਏ ਵਰਦੇਵ ਸਿੰਘ ਨੂਨੀਮਾਨ ਦੀ। ਹੁਣ ਦੋਹਾਂ ਧਿਰਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਉਹ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਪੱਖ ਸਾਹਮਣੇ ਆਇਆ ਅਕਾਲੀ ਉਮੀਦਵਾਰ ਨੂਨੀਮਾਨ ਦਾ। ਉਹਨਾਂ ਨੇ ਦਾਅਵਾ ਕੀਤਾ ਕਿ ਕੁਝ ਕਿਸਾਨ ਰੂਪੀ ਗੁੰਡਿਆਂ ਦੇ ਵੱਲੋਂ ਮੇਰੇ ਤੇ ਹਮਲਾ ਕਰ ਦਿੱਤਾ ਗਿਆ, ਮੇਰੇ ਤੇ ਗੋਲੀਆਂ ਚਲਾਈਆਂ ਗਈਆਂ, ਪਿਸਤੌਲਾਂ ਦੇ ਨਾਲ ਮੇਰੇ ਤੇ ਫਾਇਰਿੰਗ ਕੀਤੀ ਗਈ, ਡੰਡਿਆਂ ਦੇ ਨਾਲ ਮੇਰੀਆਂ ਗੱਡੀਆਂ ਵੀ ਭੰਨ ਦਿੱਤੀਆਂ ਗਈਆਂ, ਮੈਂ ਜਾਨ ਬਚਾ ਕੇ ਮਸਾਂ ਭੱਜਿਆ ਹਾਂ। ਇਹਨਾਂ ਗੁੰਡਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕਰ ਦਿੱਤਾ ਗਿਆ ਕਿ ਇਹ ਸਾਰੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਗੁੰਡੇ ਸਨ। ਸੀਐਮ ਚੰਨੀ ਨੂੰ ਸੁਖਬੀਰ ਸਿੰਘ ਬਾਦਲ ਨੇ ਇਹ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦੇ ਵਿੱਚ ਛੇਤੀ ਤੋਂ ਛੇਤੀ ਇਨਸਾਫ ਨਾ ਕੀਤਾ ਗਿਆ, ਉਹਨਾਂ ਗੁੰਡਿਆਂ ਤੇ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਵੱਡਾ ਅੰਦੋਲਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਛੇੜਿਆ ਜਾਵੇਗਾ। ਇਹ ਤਾਂ ਪੱਖ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦਾ। ਹੁਣ ਤੁਹਾਨੂੰ ਕਿਸਾਨਾਂ ਦਾ ਪੱਖ ਦੱਸਦੇ ਹਾਂ। ਹਰਨੇਕ ਸਿੰਘ ਮਹਿਮਾ ਦਾ ਕਹਿਣਾ ਹੈ ਕਿ ਗੋਲੀਆਂ ਸਾਡੇ ਤੇ ਇਹਨਾਂ ਨੇ ਚਲਾਈਆਂ ਨੇ। ਕੁਝ ਫੋਟੋਆਂ ਵੀ ਕਿਸਾਨਾਂ ਦੇ ਵੱਲੋਂ ਇੱਥੇ ਜਾਰੀ ਕਰ ਦਿੱਤੀਆਂ ਗਈਆਂ, ਜਿਸ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਗੋਲੀਆਂ ਇਹਨਾਂ ਨੇ ਕਿਸਾਨਾਂ ਤੇ ਚਲਾਈਆਂ ਅਤੇ 1.5 ਕਿਲੋਮੀਟਰ ਤੱਕ ਗੱਡੀ ਦੇ ਬੋਨਟ ਤੇ ਸਾਨੂੰ ਚੜਾ ਕੇ ਘੜੀਸਿਆ ਗਿਆ। ਲਗਾਤਾਰ ਗੱਡੀ ਭਜਾਈ ਗਈ, ਸਾਨੂੰ ਗੱਡੀਆਂ ਥੱਲੇ ਦਰੜਨ ਦੀ ਕੋਸ਼ਿਸ਼ ਕੀਤੀ ਗਈ। ਇੱਕ ਹੋਰ ਲਖੀਮਪੁਰ ਖੇੜੀ ਕਾਂਡ ਪੰਜਾਬ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਰਵਾਈ ਤਾਂ ਅਕਾਲੀ ਉਮੀਦਵਾਰ ਵਰਦੇਵ ਸਿੰਘ ਨੂਨੀਮਾਨ ਤੇ ਹੋਣੀ ਚਾਹੀਦੀ ਹੈ, ਜਿਸ ਨੇ ਸਾਨੂੰ ਗੱਡੀਆਂ ਤੇ ਚੜਾ ਕੇ ਗੱਡੀ ਭਜਾਈ, ਦਰੜਨ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਸਾਡੇ ਤੇ ਗੋਲੀਆਂ ਵੀ ਚਲਾਈਆਂ। ਬਿਲਕੁਲ ਝੂਠ ਬੋਲਦਾ ਹੈ ਨੂਨੀਮਾਨ। ਸਾਡੇ ਕੋਲ ਤਾਂ ਕੋਈ ਹਥਿਆਰ ਹੀ ਨਹੀਂ ਹੈ, ਹਥਿਆਰ ਇਹਨਾਂ ਦੇ ਕੋਲ ਸਨ ਅਤੇ ਗੋਲੀਆਂ ਵੀ ਇਹਨਾਂ ਨੇ ਹੀ ਚਲਾਈਆਂ ਸਨ। ਦਰਅਸਲ ਫਿਰੋਜ਼ਪੁਰ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਦੌਰਾ ਸੀ। ਕਿਸਾਨਾਂ ਨੇ ਸਵਾਲਾਂ ਦੀ ਇੱਕ ਲਿਸਟ ਬਣਾਈ ਹੋਈ ਸੀ ਕਿ ਹਰਸਿਮਰਤ ਕੌਰ ਬਾਦਲ ਤੋਂ ਸਵਾਲ ਪੁੱਛਣੇ ਨੇ ਅਤੇ ਹਰਨੇਕ ਸਿੰਘ ਮਹਿਮਾ ਦਾਅਵਾ ਕਰਦੇ ਨੇ ਕਿ ਸਾਡੀ ਗੱਲ ਵੀ ਪ੍ਰਸ਼ਾਸਨ ਦੇ ਨਾਲ ਵੀ ਅਤੇ ਅਕਾਲੀ ਲੀਡਰਾਂ ਦੇ ਨਾਲ ਵੀ ਗੱਲ ਹੋ ਗਈ ਸੀ। ਉਹ ਕਹਿੰਦੇ ਸਨ ਠੀਕ ਹੈ ਸਵਾਲ ਪੁੱਛ ਲਿਓ, ਪਰ ਜਦੋਂ ਅਸੀਂ ਸਵਾਲ ਪੁੱਛਣ ਲੱਗੇ ਤਾਂ ਉਹ ਮੁੱਕਰ ਗਏ ਅਤੇ ਉਸ ਤੋਂ ਬਾਅਦ ਸਾਡੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਗਈ। ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਤੋਂ ਪੁੱਛਿਆ ਗਿਆ, ਉਹ ਕਹਿੰਦੇ ਨੇ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਖੇਤੀ ਕਾਨੂੰਨ ਜਦੋਂ ਬਣੇ ਸਨ ਇਹ ਉਹਨਾਂ ਦੇ ਭਾਈਵਾਲ ਸਨ, ਕੇਂਦਰੀ ਮੰਤਰੀ ਸਨ ਹਰਸਿਮਰਤ ਕੌਰ ਬਾਦਲ। ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਨੇ। ਇਹਦੇ ਵਿੱਚ ਮੇਰਾ ਕੀ ਲੈਣਾ ਦੇਣਾ ਹੈ? ਜਾਣ ਬੁੱਝ ਕੇ ਮੇਰੇ ਤੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਾਏ ਜਾ ਰਹੇ ਨੇ। ਹੁਣ ਪੂਰਾ ਸੱਚ ਕੀ ਹੈ? ਲਗਾਤਾਰ ਵੀਡੀਓਜ਼ ਵੀ, ਨਵੀਂ ਤੋਂ ਨਵੀਂ ਵੀਡੀਓ ਵੀ ਸਾਹਮਣੇ ਆਉਂਦੀ ਦਿਖਾਈ ਦਿੰਦੀ ਹੈ। ਜਾਂਚ ਹੋਏਗੀ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਗੋਲੀਆਂ
ਚਲਾਈਆਂ ਕਿਸ ਨੇ ਹੈ, ਕਿਉਂਕਿ ਅਕਾਲੀ ਦਲ ਕਹਿੰਦਾ ਹੈ ਕਿ ਕਿਸਾਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਹੈ, ਕਿਸਾਨ ਕਹਿੰਦੇ ਨੇ ਕਿ ਅਕਾਲੀਆਂ ਨੇ ਸਾਡੇ ਤੇ ਫਾਇਰਿੰਗ ਕੀਤੀ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਕਿਸ ਨੇ ਕਿਸ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਗੱਲ ਪੰਜਾਬ ਦੇ ਵਿੱਚ ਕਿਸਾਨਾਂ ਦੀ ਸਥਿਤੀ ਦੀ ਕਰ ਲੈਂਦੇ ਆ, ਹਾਲਤ ਦੀ ਕਰ ਲੈਂਦੇ ਆ। ਭਾਵੇਂ ਕਿ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਇਸ ਦੇ ਬਾਵਜੂਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਗੁਲਾਬੀ ਸੁੰਡੀ ਦੇ ਕਰਕੇ ਤਬਾਹ ਹੋਏ ਨਰਮੇ ਨੂੰ ਲੈ ਕੇ ਅਜੇ ਤੱਕ ਮੁਆਵਜ਼ਾ ਚੰਨੀ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਹੈ ਅਤੇ ਨਰਮੇ ਵਾਲੇ ਕਿਸਾਨ ਲਗਾਤਾਰ ਆਤਮ ਹੱਤਿਆਵਾਂ ਕਰਦੇ ਦਿਖਾਈ ਦਿੰਦੇ ਨੇ। ਹੁਣ ਖਬਰ ਸਾਹਮਣੇ ਆਈ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕੇ ਤੋਂ, ਜਿੱਥੋਂ ਦੇ 26 ਸਾਲਾ ਰੁਲਦੂ ਸਿੰਘ ਨਾਮਕ ਕਿਸਾਨ ਦੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ। ਸਾਥੀ ਕਿਸਾਨਾਂ ਨੇ ਦੱਸਿਆ ਕਿ 2.5 ਏਕੜ ਦੇ ਕਰੀਬ ਇਸ ਦੇ ਕੋਲ ਜ਼ਮੀਨ ਸੀ, 6 ਤੋਂ 7 ਲੱਖ ਰੁਪਏ ਇਸ ਦੇ ਸਿਰ ਕਰਜ਼ਾ ਸੀ। ਗੁਲਾਬੀ ਸੁੰਡੀ ਦੇ ਕਰਕੇ ਨਰਮਾ ਤਬਾਹ ਹੋ ਗਿਆ ਸੀ। ਸਰਕਾਰ ਦੇ ਵੱਲੋਂ ਇਸ ਦੀ ਬਾਂਹ ਨਹੀਂ ਫੜੀ ਗਈ ਸੀ, ਇਸ ਕਰਕੇ ਇਹ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਰਹਿੰਦਾ ਸੀ, ਪਰੇਸ਼ਾਨ ਰਹਿੰਦਾ ਸੀ। ਇਸੇ ਕਰਕੇ ਹੀ ਇਸ ਨੇ ਖੁਦਕੁਸ਼ੀ ਕਰ ਲਈ ਹੈ। ਹੁਣ ਇੱਕ ਤਾਂ 10 ਲੱਖ ਰੁਪਏ ਇਸ ਦੇ ਪਰਿਵਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਸਾਰਾ ਕਰਜ਼ਾ ਵੀ ਮੁਆਫ ਕੀਤਾ ਜਾਣਾ ਚਾਹੀਦਾ ਹੈ। ਸਾਥੀ ਕਿਸਾਨਾਂ ਦੇ ਵੱਲੋਂ ਅਜਿਹੀ ਮੰਗ ਕੀਤੀ ਜਾ ਰਹੀ ਹੈ। ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਨਰਮੇ ਵਾਲੇ ਕਿਸਾਨ ਮੁਆਵਜ਼ਾ ਨਾ ਮਿਲਣ ਦੇ ਕਰਕੇ ਲਗਾਤਾਰ ਖੁਦਕੁਸ਼ੀ ਕਰ ਰਹੇ ਨੇ। ਅੱਗੇ ਵਧਦੇ ਆ। ਜੇਕਰ ਖੁਸ਼ਹਾਲ ਪੰਜਾਬ ਦਾ ਕਿਸਾਨ ਨਹੀਂ, ਕਿਸਾਨ ਖੁਸ਼ ਨਹੀਂ ਤਾਂ ਖੁਸ਼ ਵਪਾਰੀ ਵੀ ਨਹੀਂ। ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਤਾਂ ਵਪਾਰੀ ਸੜਕਾਂ ਤੇ ਭੀਖ ਮੰਗ ਰਹੇ ਨੇ। ਲੁਧਿਆਣਾ ਦੇ ਵਿੱਚ ਬਹੁਤ ਹੈਰਾਨ ਕਰਨ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ, ਜਦੋਂ ਕਿ ਲੁਧਿਆਣਾ ਦੇ ਕੁਝ ਵਪਾਰੀ ਸੜਕਾਂ ਤੇ ਠੂਠਾ ਫੜ ਕੇ ਭੀਖ ਮੰਗਦੇ ਦਿਖਾਈ ਦਿੱਤੇ। ਜਦੋਂ ਇਹਨਾਂ ਵਪਾਰੀਆਂ ਤੋਂ ਪੁੱਛਿਆ ਗਿਆ ਕਿ ਤੁਸੀਂ ਭੀਖ ਕਿਉਂ ਮੰਗ ਰਹੇ ਹੋ, ਇਹਨਾਂ ਪੈਸਿਆਂ ਦਾ ਕੀ ਕਰੋਗੇ ਜਿਹੜੇ ਭੀਖ ਦੇ ਵਿੱਚ ਇਕੱਠੇ ਕਰੋਗੇ, ਤਾਂ ਕਹਿੰਦੇ ਨੇ ਮੋਦੀ ਸਰਕਾਰ ਨੂੰ ਭੇਜਾਂਗੇ, ਕਿਉਂਕਿ ਮੋਦੀ ਸਰਕਾਰ ਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਦਰਅਸਲ ਮਸਲਾ ਇਹ ਹੈ ਕਿ ਮਹਿੰਗਾਈ ਬਹੁਤ ਜ਼ਿਆਦਾ ਵੱਧਦੀ ਜਾਂਦੀ ਹੈ। ਇੰਡਸਟਰੀ ਨੂੰ ਜਿੰਨਾ ਚੀਜ਼ਾਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਸਟੀਲ, ਉਹਨਾਂ ਦੇ ਰੇਟ ਬਹੁਤ ਜ਼ਿਆਦਾ ਵਧਦੇ ਜਾਂਦੇ ਨੇ। ਇਸ ਦੇ ਨਾਲ ਲਾਗਤ ਬਹੁਤ ਜ਼ਿਆਦਾ ਵਧਦੀ ਜਾਂਦੀ ਹੈ। ਪਿਛਲੇ 9 ਦਿਨਾਂ ਤੋਂ ਲੁਧਿਆਣਾ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਵਪਾਰੀਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਵੱਖ-ਵੱਖ ਤਰੀਕੇ ਦੇ ਨਾਲ, ਅਤੇ ਇਹ ਵੀ ਇੱਕ ਤਰੀਕਾ ਵਰਤਿਆ ਗਿਆ ਮੋਦੀ ਸਰਕਾਰ ਦੇ ਖਿਲਾਫ ਆਪਣਾ ਰੋਸ ਜਤਾਉਣ ਦਾ ਕਿ ਭੀਖ ਮੰਗ ਕੇ ਤੁਹਾਨੂੰ ਪੈਸੇ ਭੇਜ ਦਿੰਨੇ ਆ, ਤੁਸੀਂ ਤਾਂ ਵਪਾਰੀ ਨੂੰ ਮਾਰਨ ਤੇ ਹੀ ਲੱਗੇ ਹੋਏ ਹੋ। ਇਹ ਵਪਾਰੀ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਰੋਜ਼ਗਾਰ ਦਿੰਨੇ ਆ। ਰੋਜ਼ਗਾਰ ਦੇਣ ਵਾਲਾ ਜਦੋਂ ਸੜਕਾਂ ਤੇ ਆ ਜਾਵੇ, ਭੀਖ ਮੰਗਣ ਲੱਗ ਪਵੇ, ਉਦੋਂ ਸਮਝੋ ਕਿ ਹਾਲਾਤ ਬਹੁਤ ਬੁਰੇ ਨੇ। ਪਹਿਲਾਂ ਹੀ ਭਾਰਤ ਦਾ ਵਪਾਰੀ ਭਾਰਤ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ, ਇੱਥੇ ਰਹਿ ਕੇ ਵਪਾਰ ਨਹੀਂ ਕਰਨਾ ਚਾਹੁੰਦਾ, ਅਤੇ ਜਿਸ ਤਰੀਕੇ ਨਾਲ ਮਹਿੰਗਾਈ ਲਗਾਤਾਰ ਵਧਦੀ ਜਾਂਦੀ ਹੈ, ਲੱਗਦਾ ਹੈ ਕਿ ਜਿਹੜੇ ਰਹਿੰਦੇ ਖੁੰਦੇ ਵਪਾਰੀ ਨੇ ਉਹ ਵੀ ਮਾਰੇ ਜਾਣਗੇ। ਖੁਦਕੁਸ਼ੀਆਂ ਤੇ ਵਪਾਰੀਆਂ ਨੂੰ ਲਿਆ ਸੁੱਟਿਆ ਹੈ। ਇਸ ਮੋਦੀ ਸਰਕਾਰ ਨੇ ਮਹਿੰਗਾਈ ਤੇ ਕੰਟਰੋਲ ਕਰਨਾ ਚਾਹੀਦਾ ਹੈ, ਕਿਉਂਕਿ ਜਦੋਂ ਓਵਰਆਲ ਮਹਿੰਗਾਈ ਹੁੰਦੀ ਹੈ ਤਾਂ ਸਾਰੇ ਹੀ ਮਾਰੇ ਜਾਂਦੇ ਨੇ। ਆਮ ਆਦਮੀ ਨੂੰ ਤਾਂ ਮਾਰ ਪੈਂਦੀ ਹੈ, ਵੱਡੇ ਵੱਡੇ ਵਪਾਰੀਆਂ ਨੂੰ ਵੀ ਮਾਰ ਪੈਂਦੀ ਹੈ, ਕਿਉਂਕਿ ਉਹਨਾਂ ਦੀ ਲਾਗਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਆਮਦਨ ਬਹੁਤ ਜ਼ਿਆਦਾ ਘਟ ਜਾਂਦੀ ਹੈ। ਇਸ ਕਰਕੇ ਮੋਦੀ ਸਰਕਾਰ ਨੂੰ ਮਹਿੰਗਾਈ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਮਹਿੰਗਾਈ ਦੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਵਪਾਰੀਆਂ ਦੇ ਵੱਲੋਂ ਅੱਗੇ ਵੀ ਅਜਿਹੇ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਰਹਿਣਗੇ। ਵਪਾਰੀਆਂ ਨੇ ਇਸ ਮੌਕੇ ਇਹ ਐਲਾਨ ਵੀ ਕਰ ਦਿੱਤਾ ਹੈ। ਅੱਗੇ ਵਧਦੇ ਆ। ਜੇਕਰ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਨੇ, ਵਪਾਰੀ ਵੀ ਦੁਖੀ ਨੇ, ਕਿਸਾਨ ਵੀ ਦੁਖੀ ਨੇ, ਤਾਂ ਕਾਂਗਰਸ ਪਾਰਟੀ ਕੀ ਕਰ ਰਹੀ ਹੈ? ਇੱਕ ਤਾਂ ਕਾਂਗਰਸ ਪਾਰਟੀ ਆਪਸ ਵਿੱਚ ਲੜ ਰਹੀ ਹੈ ਅਤੇ ਦੂਜਾ ਚੋਣਾਂ ਦੀ ਤਿਆਰੀ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਆਮ ਆਦਮੀ ਪਾਰਟੀ ਤੋਂ, ਜਿਨ੍ਹਾਂ ਨੂੰ ਹੁਣ PPCC ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਖੁਦ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਰੁਪਿੰਦਰ ਕੌਰ ਰੂਬੀ ਨੂੰ। ਇਸ ਮੌਕੇ ਰੁਪਿੰਦਰ ਕੌਰ ਰੂਬੀ ਤੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਆਮ ਆਦਮੀ ਪਾਰਟੀ ਕਿਉਂ ਛੱਡੀ ਹੈ? ਉਹ ਕਹਿੰਦੇ ਨੇ ਮੈਂ ਇਹ ਸੋਚ ਕੇ ਗਈ ਸੀ ਕਿ ਆਮ ਲੋਕਾਂ ਦੀ ਗੱਲ ਆਪ ਦੇ ਵਿੱਚ ਹੋਵੇਗੀ।
पर जदों किसी दे अंदर जाने आ, सिस्टम दे अंदर वड़दे हाँ, किसी दे नाल मेल जोल रखते हैं, प्रैक्टिकली जो पता लगता है पार्टी दे अंदर वड़ के, उदों ही पता लगता है कि इन्हां दी मंशा की है। आम आदमी दा भला करना बिल्कुल भी आम आदमी पार्टी दी मंशा नहीं है। केजरीवाल वर्गे लोग उपरों होर कुछ कहिंदे ने अते करदे कुछ होर ने। कहनी अते करनी दे विच आम आदमी पार्टी दी हाई कमान दा बहुत ज्यादा फर्क है। आम लोग उन्हां दे एजेंडे ते बिल्कुल नहीं। जेकर एजेंडे ते हुंदे तां पंजाब दे लीडरां दे लई कोई चंगे फैसले आप दी हाई कमान दे वल्लों ना ले जांदे। लगातार अजिहे फैसले आप दी हाई कमान दे वल्लों लए जा रहे हैं, जिस दे नाल पंजाब दे विच आम आदमी पार्टी नूं नुकसान हो रहा सी। मैं कह रही सी कि वर्करां दी ये डिमांड है, ये मंग है, वह भी बड़ी जोरदार मंग है कि भगवंत मान नूं सीएम कैंडीडेट बनाया जाना चाहिए है। पर इसे करके ही मेरे खिलाफ हो गई आम आदमी पार्टी दी हाई कमान, अते इसे करके भी मैं हुण आम आदमी पार्टी छड्ड दित्ती है। दूजा सवाल यह सी कि जेकर उन्होंने आप छड्डी है तो कांग्रेस पार्टी दे विच क्यों आए। वो कहते हैं मेरा एजेंडा उही है कि आम लोगों का भला किवें करना है। ते हुण जिहड़ी कांग्रेस पार्टी की लीडरशिप है, जिवें कि मुख मंत्री चरणजीत सिंह चन्नी अते पंजाब कांग्रेस के प्रधान नवजोत सिंह सिद्धू, ये दोवें लीडर अजिहे ने जिन्हां दे वल्लों लगातार पंजाब के आम लोगों के भले लई काम कीते जा रहे ने। इस करके ही मैं कांग्रेस पार्टी नूं चुनिया है। जदों पुछया गया बठिंडा देहाती तो चोण लड़ोगे, टिकट मिलेगी, कहते ने अजे कुछ नहीं पता। जेकर कांग्रेस पार्टी टिकट देवेगी तो ठीक है, नहीं देवेगी तो भी ठीक है। मैं टिकट की गल करके कांग्रेस पार्टी दे विच नहीं आई हाँ। नवजोत सिंह सिद्धू ने भी स्वागत किया, चरणजीत सिंह चन्नी दे वल्लों भी रुपिंदर कौर रूबी दा कांग्रेस दे विच स्वागत किया गया। इत्थे आम आदमी पार्टी के वलों विरोधी धिर दे नेता हरपाल सिंह चीमा की जेकर गल करिए तो वह लगातार खुश दिखाई देंदे ने। रुपिंदर कौर रूबी ने आम आदमी पार्टी छड़ दी है। वो कहते हैं असी इसनूं टिकट नहीं देनी सी, मेरी भैन है, शुभकामनावां मैं दिना, पर इसनूं असी टिकट नहीं देनी सी अते इसनूं पता लग गया सी। इसे करके ही ये कांग्रेस पार्टी दे विच चली गई है। कोई गल नहीं, भविख दे लई शुभकामनावां। विरोधी धिर नेता ने कांग्रेस पार्टी नूं अपील की है कि बठिंडा देहाती तो टिकट रुपिंदर कौर रूबी नूं दित्ती जानी चाहिए है। इस तरह आम आदमी पार्टी के विरोधी धिर नेता रुपिंदर कौर रूबी दे आप नूं छड्डण ते काफ़ी ज़्यादा खुश दिखाई देंदे ने। उधर दूजे पासे जेकर गल की जाए रुपिंदर कौर रूबी की तो उन्होंने हरपाल सिंह चीमा नूं चैलेंज ही कर दिता है। कहते हैं जेकर टिकट की गल करते हो आओ मेरे खिलाफ चोण लड़ के वेख लवो। इस तरह आम आदमी पार्टी और रुपिंदर कौर रूबी पूरी तरह आमो सामने हुंदे दिखाई देंदे ने। कांग्रेस पार्टी खुश है क्योंकि उन्हां दे विच आम आदमी पार्टी का एक होर विधायक आ गया है। पहला 3 विधायक कांग्रेस पार्टी ज्वाइन कर चुके ने। अगे बढ़ते हैं, जेकर गल कांग्रेस की कर रहे हैं तो फिर गल कलेश की ना होवे, ये किदां हो सकता है। एडवोकेट जनरल नूं बदलण दा फैसला चन्नी सरकार दे वल्लों लिया गया, सिद्धू खुश हो गए। जेकर सिद्धू खुश होए तो होर कांग्रेसी नाराज हो गए। गल करिए संसद मैंबर मनीष तिवाड़ी दी तो उन्होंने दे वल्लों ट्वीट कर दिता गया अते ट्वीट करके अपनी ही सरकार ते सवाल इत्थे मनीष तिवाड़ी दे वल्लों भी चुक दिते गए। उन्होंने सीधे तौर ते इशारियां दे विच इह कहण दी कोशिश की कि जिहड़े संविधानक अहुदे ने जिवें कि एजी दा ऑफिस है उस नूं पोलिटिकल लोकां दे वल्लों अपने फायदे दे लई वरतिया जा रहा है। वो कहंदे ने कि अगे तो भी जिहड़ा तुसीं एजी लाउणा है उस नूं भी जरा ध्यान रख के लायो, ये ना होवे कि उस नूं भी अपनी पॉलिटिक्स दे लई तुसीं एक हथियार बना लवो। 3-4 ट्वीट इत्थे मनीष तिवाड़ी दे वल्लों कर दिते गए ते सारे ही अपनी ही सरकार दे खिलाफ मनीष तिवाड़ी दे वल्लों कीते गए। सुनील जाखड़ की जेकर गल करिए साबका कांग्रेस प्रधान ने, उन्होंने भी अपनी ही सरकार ते सवाल चुके अते उन्होंने तां इनडायरैक्टली असिधे तौर ते चरणजीत सिंह चन्नी नूं कॉम्प्रोमाइज्ड सीएम कहण दी कोशिश की। तंज कसिया उन्होंने व्यंग किया अंग्रेजी भाषा दे विच। जेकर तुहानूं पंजाबी दसीए कहण दा मतलब उन्हां दा इह है कि जिसनूं कथित तौर ते कॉम्प्रोमाइज़ अफसर कहा जा रहा सी उसने कॉम्प्रोमाइज़ सीएम नूं एक्सपोज करके भाव उसकी पोल खोल के रख दिती है। ये किसदी सरकार है? सीधे तौर ते अपनी ही सरकार ते सवाल कांग्रेसियां दे वल्लों चुके जा रहे ने। चरणजीत सिंह चन्नी नूं भी पता नहीं लग रहा कि एक नूं मनाउणा दूजा रुस जांदा है अते लगातार कांग्रेस पार्टी दे विच यही कुछ हुंदा दिखाई दिंदा है। अगे वधदे आ,
ਚੰਨੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਦੀ ਗੱਲ ਕਰ ਲੈਂਦੇ ਆ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਵਾਰ ਫਿਰ ਤੋਂ ਆਪਣੇ ਵਿਭਾਗ ਦਾ ਲੇਖਾ ਜੋਖਾ ਦਿੱਤਾ ਗਿਆ ਅਤੇ ਵੱਡਾ ਦਾਅਵਾ ਵੀ ਕਰ ਦਿੱਤਾ ਗਿਆ। ਉਹਨਾਂ ਨੇ ਪਿਛਲੇ 14.5 ਸਾਲਾਂ ਦੇ ਵਿੱਚ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਕਿੰਨਾ ਨੁਕਸਾਨ ਹੋਇਆ ਹੈ ਲਗਭਗ ਉਸ ਦੀ ਜਾਣਕਾਰੀ ਦਿੱਤੀ। ਕਹਿੰਦੇ ਨੇ 14.5 ਸਾਲ 10 ਸਾਲ ਅਕਾਲੀ ਭਾਜਪਾ ਸਰਕਾਰ ਦੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਇਸ ਦੇ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ। ਕਹਿੰਦੇ ਨੇ ਮੈਂ ਹੁਣ 1 ਕਰੋੜ ਰੁਪਏ ਦੇ ਕਰੀਬ ਮੇਰੇ ਅਗਵਾਈ ਦੇ ਹੇਠ ਟਰਾਂਸਪੋਰਟ ਮਹਿਕਮਾ ਰੋਜ਼ 1 ਕਰੋੜ ਰੁਪਇਆ ਕਮਾ ਰਿਹਾ ਹੈ। 14.5 ਸਾਲਾਂ ਦੇ ਵਿੱਚ 5220 ਦਿਨ ਬਣਦੇ ਨੇ। ਇਸ ਦਾ ਮਤਲਬ ਹੈ ਕਿ ਘੱਟੋ ਘੱਟ 5220 ਕਰੋੜ ਦਾ ਨੁਕਸਾਨ ਪਿਛਲੀਆਂ ਸਰਕਾਰਾਂ ਨੇ ਕਰ ਦਿੱਤਾ। ਇਹ ਪੰਜਾਬ ਸਰਕਾਰ ਦੇ ਖਜ਼ਾਨੇ ਦਾ। ਜਿਹੜੇ ਕਹਿੰਦੇ ਨੇ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੁੰਦਾ ਨਹੀਂ, ਇਹ ਕਰਦੇ ਨੇ। ਖਜ਼ਾਨਾ ਕਿਵੇਂ ਭਰਨਾ ਹੈ ਉਹ ਜੇਕਰ ਚੰਗੇ ਤਰੀਕੇ ਨਾਲ ਕੰਮ ਕਰਨ ਤਾਂ ਇਹਨਾਂ ਨੂੰ ਵੀ ਪਤਾ ਲੱਗ ਸਕਦਾ ਹੈ। ਇਸ ਤਰ੍ਹਾਂ ਅਕਾਲੀਆਂ ਦੇ ਨਾਲ ਉਹਨਾਂ ਨੇ ਕੈਪਟਨ ਸਰਕਾਰ ਤੇ ਵੀ ਸਵਾਲ ਚੁੱਕ ਦਿੱਤੇ, ਪਰ ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਨੂੰ ਹੁਣ ਕਸੂਤਾ ਫਸਾ ਲਿਆ ਹੈ। ਯੂਥ ਵਿੰਗ ਦੇ ਪ੍ਰਧਾਨ ਮੀਤ ਹੇਰ ਦਾ ਕਹਿਣਾ ਹੈ ਕਿ ਛੱਡੋ ਅਕਾਲੀ ਭਾਜਪਾ ਸਰਕਾਰ ਨੂੰ। ਤੁਸੀਂ ਆਪ ਹੀ ਮੰਨ ਰਹੇ ਹੋ ਕਿ ਤੁਹਾਡੀ ਸਰਕਾਰ ਨੇ ਵੀ ਨੁਕਸਾਨ ਪਹੁੰਚਾਇਆ ਹੈ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ। ਜਿਹੜੇ ਮੰਤਰੀ ਨੇ ਨੁਕਸਾਨ ਪਹੁੰਚਾਇਆ ਹੈ ਰਜ਼ੀਆ ਸੁਲਤਾਨਾ ਨੇ, ਉਹ ਤਾਂ ਹੁਣ ਵੀ ਮੰਤਰੀ ਨੇ। ਇਹ ਦੱਸੋ ਉਹਨਾਂ ਤੇ ਕਾਰਵਾਈ ਕਦੋਂ ਕਰੋਗੇ? ਕਿਉਂਕਿ ਜਿਹੜੇ ਮੰਤਰੀ ਸਨ ਪਹਿਲਾਂ ਟਰਾਂਸਪੋਰਟ ਮਹਿਕਮੇ ਦੇ ਵਿੱਚ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਰੋਜ਼ ਦਾ 1 ਕਰੋੜ ਰੁਪਏ ਦਾ ਨੁਕਸਾਨ ਕਰਵਾਇਆ ਹੈ, ਉਹ ਤੇ ਹੁਣ ਵੀ ਮੰਤਰੀ ਨੇ। ਫਿਰ ਉਹਨਾਂ ਤੇ ਕੀ ਕਾਰਵਾਈ ਕਰਨ ਜਾ ਰਹੇ ਹੋ? ਪੰਜਾਬ ਦੇ ਲੋਕਾਂ ਨੂੰ ਇਹ ਦੱਸੋ। ਹੁਣ ਸਿਰਫ ਲੋਲੀਪੌਪਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ। ਆਪਣੇ ਹੀ ਮੰਤਰੀ ਤੇ ਕੋਈ ਕਾਰਵਾਈ ਕਰੋਗੇ ਜਾਂ ਫਿਰ ਨਹੀਂ, ਇਸ ਬਾਰੇ ਵੀ ਤੁਹਾਨੂੰ ਸਪਸ਼ਟੀਕਰਨ ਦੇਣਾ ਚਾਹੀਦਾ। ਇਸ ਤਰ੍ਹਾਂ ਰਾਜਾ ਵੜਿੰਗ ਨੂੰ ਉਹਨਾਂ ਦੇ ਹੀ ਖੁਲਾਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਕਸੂਤਾ ਫਸਾਉਂਦੀ ਦਿਖਾਈ ਦਿੰਦੀ ਹੈ। ਅੱਗੇ ਵਧਦੇ ਆ, ਗੱਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰ ਲੈਂਦੇ ਆ। ਬੇਅਦਬੀ ਕਾਂਡ ਨੂੰ ਲੈ ਕੇ ਮਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕੀਤਾ ਗਿਆ ਸੀ। 1-2 ਵਾਰ ਮੌਕਾ ਦਿੱਤਾ ਗਿਆ, ਕੈਪਟਨ ਨਹੀਂ ਪਹੁੰਚੇ, ਪਰ ਇਸ ਵਾਰ ਉਹਨਾਂ ਨੇ ਆਪਣਾ ਇੱਕ ਸਪਸ਼ਟੀਕਰਨ ਜ਼ਰੂਰ, ਲਿਖਤੀ ਸਪਸ਼ਟੀਕਰਨ ਜ਼ਰੂਰ ਭੇਜ ਦਿੱਤਾ। ਉਸ ਬਾਰੇ ਜਾਣਕਾਰੀ ਮਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਦੇ ਵੱਲੋਂ ਮੀਡੀਆ ਨੂੰ ਦਿੱਤੀ ਗਈ। ਕਹਿੰਦੇ ਨੇ ਕੈਪਟਨ ਨੇ ਸਪਸ਼ਟੀਕਰਨ ਭੇਜਿਆ ਹੈ, ਸੰਖੇਪ ਦੇ ਵਿੱਚ ਭੇਜਿਆ ਹੈ, ਪਰ ਅਸੀਂ ਇਸ ਸਪਸ਼ਟੀਕਰਨ ਨੂੰ ਨਕਾਰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਨੂੰ ਖੁਦ 5 ਸਿੰਘ ਸਹਿਬਾਨਾਂ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਅਤੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਹੁਣ 5 ਦਸੰਬਰ ਨੂੰ ਇੱਕ ਹੋਰ ਮੌਕਾ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਗਿਆ ਹੈ ਕਿ ਆਵੇ। ਬੇਅਦਬੀ ਕਾਂਡ ਤੇ ਉਸਨੇ ਕੀ ਕੀਤਾ ਹੈ? ਕਿਉਂਕਿ ਬਰਗਾੜੀ ਮੋਰਚਾ ਉਸਨੇ ਆਪ ਹੀ ਇਸ ਭਰੋਸੇ ਤੇ ਚੁਕਵਾਇਆ ਸੀ ਕਿ ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਆਂਗਾ। ਹੁਣ 5 ਦਸੰਬਰ ਨੂੰ ਆਵੇ ਅਤੇ ਸਪਸ਼ਟੀਕਰਨ ਦੇਵੇ, ਆਪ ਖੁਦ ਪੇਸ਼ ਹੋ ਕੇ। ਉਸ ਤੋਂ ਬਾਅਦ ਕੋਈ ਨਾ ਕੋਈ ਫੈਸਲਾ ਲਿਆ ਜਾਵੇਗਾ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ 5 ਦੂਤ ਪਹੁੰਚੇ ਸਨ ਬਰਗਾੜੀ ਮੋਰਚੇ ਦੇ ਵਿੱਚ, ਉਹਨਾਂ ਬਾਰੇ ਕੀ ਫੈਸਲਾ ਲੈਣਾ ਹੈ ਉਹਦੀ ਤਰੀਕ ਵੀ 5 ਦਸੰਬਰ ਮਿੱਥ ਦਿੱਤੀ ਗਈ ਹੈ ਧਿਆਨ ਸਿੰਘ ਮੰਡ ਦੇ ਵੱਲੋਂ। ਹੁਣ ਕੈਪਟਨ ਅਮਰਿੰਦਰ ਸਿੰਘ 5 ਦਸੰਬਰ ਨੂੰ ਪੇਸ਼ ਹੋਣਗੇ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ, ਹਰ ਖਬਰ ਦਾ ਸੱਚ।